सरकार आपदी नक हेठ जानबूझ के ये माफिया चला रही है ताकि पंजाब के लोगों को लुटिया जा सके तो आपदियां जेबां ने जिहड़ियां अफसर और लीडर वो भर सकन। पंजाब ने ना तो कोई सरकारी सैक्टर दे विच ना कोई थर्मल प्लांट लाया, सारे प्राइवेट नूं दित्ते। इन्हां सरकारां दीयां नलायकियां और मिली भुगतां करके, लीडरां ते अफसरां दी मिली भुगतां करके, नलायकियां दी वजह करके PCL बिजली बोर्ड जिहड़ा कि 2010-11 ਦੇ ਵਿੱਚ 20,000 ਕਰੋੜ ਦੇ ਘਾਟੇ ਦੇ ਵਿੱਚ ਸੀਗਾ, ਅੱਜ ਉਹ 32,000 ਕਰੋੜ ਦਾ ਕਰਜ਼ਾਈ ਹੋ ਚੁੱਕਿਆ। ਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਉਸ ਦਿੱਲੀ ਦੇ ਵਿੱਚ ਜਿਹੜੀ ਕਿ ਇੱਕ ਵੀ ਯੂਨਿਟ ਬਿਜਲੀ ਦਾ ਪ੍ਰੋਡਿਊਸ ਨਹੀਂ ਕਰਦੀ ਹੈਗੀ, ਜੇ ਉੱਥੇ ਉਹ ਪ੍ਰਾਈਵੇਟ ਕੰਪਨੀਆਂ ਤੋਂ ਬਿਜਲੀ ਸਸਤੀ ਕਰਵਾ ਸਕਦੇ ਨੇ ਤੇ ਜ਼ੀਰੋ ਬਿੱਲ 26 ਲੱਖ ਪਰਿਵਾਰਾਂ ਦੇ ਦਿੱਲੀ ਦੇ ਵਿੱਚ ਆ ਸਕਦੇ ਤੇ ਪੰਜਾਬ ਦੇ ਵਿੱਚ ਇਹ ਕਿਉਂ ਨਹੀਂ ਆ ਸਕਦਾ? ਇਹ ਜ਼ਰੂਰ ਹੋ ਸਕਦਾ ਹੈ। ਪੰਜਾਬ 'ਚ ਬਿਜਲੀ ਦੀਆਂ ਵੱਧ ਕੀਮਤਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕੈਪਟਨ ਸਰਕਾਰ ਤੇ ਨਿਸ਼ਾਨੇ ਸਾਧੇ ਨੇ। ਅਮਨ ਅਰੋੜਾ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਦਾ ਖਮਿਆਜ਼ਾ ਪੰਜਾਬ ਦੀ ਜਨਤਾ ਨੂੰ ਭੋਗਣਾ ਪੈ ਰਿਹਾ ਹੈ। ਦੋਸਤੋ ਸਾਥੀਓ ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਤੁਹਾਡਾ ਆਪਣਾ ਅਮਨ ਅਰੋੜਾ। ਉਮੀਦ ਕਰਦੇ ਹਾਂ ਕਿ ਤੁਸੀਂ ਤੁਹਾਡੇ ਪਰਿਵਾਰ ਤੰਦਰੁਸਤ ਹੋਵੋਗੇ ਔਰ ਕਰੋਨਾ ਦੀ ਮਹਾਮਾਰੀ ਤੋਂ ਬਚੇ ਹੋਵੋਗੇ। ਦੋਸਤੋ ਜੀ ਬਹੁਤ ਇੰਪੋਰਟੈਂਟ ਇਸ਼ੂ ਦੇ ਉੱਪਰ ਤੁਹਾਡੇ ਰੂਬਰੂ ਹੋ ਰਹੇ ਹਾਂ। ਕੱਲ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਬਹੁਤ ਅਹਿਮ ਰਿਪੋਰਟ ਖੁਲਾਸਾ ਚਰਨਜੀਤ ਸਿੰਘ ਜੀ ਭੁੱਲਰ ਵੱਲੋਂ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਵੇਂ ਪਿਛਲੇ ਲੰਮੇ ਸਮੇਂ ਤੋਂ, ਚਾਹੇ ਉਹ ਮੌਜੂਦਾ ਸਰਕਾਰ ਹੈ ਤੇ ਚਾਹੇ ਪਿਛਲੀ ਅਕਾਲੀ ਦਲ ਭਾਜਪਾ ਦੀ ਸਰਕਾਰ ਹੈ, ਪੰਜਾਬ ਦੇ ਵਿੱਚ ਕੋਲੇ ਦੇ ਨਾਂ ਦੇ ਉੱਪਰ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਜਿਹੜੀ ਪੰਜਾਬ ਸਰਕਾਰ ਦੀ ਆਪਣੀ ਇੱਕ ਬਿਹਤਰੀਨ ਕੋਲੇ ਦੀ ਖਾਣ ਪਛਵਾੜਾ ਝਾਰਖੰਡ ਦੇ ਵਿੱਚ ਮਾਈਨ ਹੈ PSPCL, ਪੰਜਾਬ ਸਰਕਾਰ ਉਸ ਤੋਂ ਕੋਲਾ ਨਾ ਲੈ ਕੇ ਆਪਣੇ ਥਰਮਲਾਂ ਵਾਸਤੇ ਉਹ ਤੋਂ ਕੋਲਾ ਨਾ ਲੈ ਕੇ ਕੋਲ ਇੰਡੀਆ ਤੋਂ ਜਾਂ ਇੰਪੋਰਟਡ ਕੋਲ ਹੈ ਜਿਹੜਾ ਯੂਜ਼ ਕਰ ਰਿਹਾ, ਜਿਸ ਦੀ ਵਜ੍ਹਾ ਕਰਕੇ ਕਈ 100 ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਨੂੰ ਝੱਲਣਾ ਪਿਆ ਔਰ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਹੈ ਜਿਹੜੀ ਉਹਦੇ ਬਿੱਲ ਤਾਰਨੇ ਪਏ। ਮੈਂ ਸਮਝਦਾ ਕਿ ਇਹ ਉਹੀ ਖੁਲਾਸੇ ਨੇ ਜਿਹੜੇ ਕਿ ਅਸੀਂ ਆਮ ਆਦਮੀ ਪਾਰਟੀ ਪਿਛਲੇ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਕਿ ਸਰਕਾਰ ਆਪਦੀ ਨੱਕ ਹੇਠ ਜਾਣਬੁੱਝ ਕੇ ਇਹ ਮਾਫੀਆ ਚਲਾ ਰਹੀ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਜਾ ਸਕੇ ਤੇ ਆਪਦੀਆਂ ਜੇਬਾਂ ਨੇ ਜਿਹੜੀਆਂ ਅਫਸਰ ਔਰ ਲੀਡਰ ਉਹ ਭਰ ਸਕਣ। ਵੈਸੇ ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਕਾਂਗਰਸ ਪਾਰਟੀ ਦਾ ਵਾਅਦਾ ਸੀ ਆਪਣੇ ਮੈਨੀਫੈਸਟੋ ਦੇ ਵਿੱਚ ਕਿ ਜੇ ਇਹਨਾਂ ਦੀ ਸਰਕਾਰ 2017 ਦੇ ਵਿੱਚ ਆਉਂਦੀ ਹੈ ਤਾਂ ਇਹ 3 ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਐਗਰੀਮੈਂਟ ਨੇ ਜਿਹੜੇ ਰੱਦ ਕਰਨਗੇ, ਪਰ ਨਾ ਤਾਂ ਅਜੇ ਤੱਕ ਰੱਦ ਹੋਏ ਨਾ ਹੀ ਰਿਵਿਊ ਹੋਏ। ਤੇ ਜਦੋਂ ਪੰਜਾਬ ਦੇ ਲੋਕ ਮਹਿੰਗੀ ਬਿਜਲੀ ਦੇ ਬਿੱਲਾਂ ਦੇ ਅਗੇਂਸਟ ਉੱਠ ਖੜੇ ਹੋਏ ਤੇ ਫਿਰ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਕਿ ਅਸੀਂ ਵਾਈਟ ਪੇਪਰ ਜਿਹੜਾ ਲੈ ਕੇ ਆਵਾਂਗੇ। 1.5 ਸਾਲ ਤੋਂ ਪੰਜਾਬ ਵਾਈਟ ਪੇਪਰ ਨੂੰ ਉਡੀਕ ਰਿਹਾ, ਨਹੀਂ ਆਇਆ ਹੈਗਾ। ਤੇ ਉਸ ਤੋਂ ਬਾਅਦ ਹਾਰ ਕੇ ਥੱਕ ਕੇ ਅਸੀਂ ਆਮ ਆਦਮੀ ਪਾਰਟੀ ਨੇ ਪਿਛਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਫੈਬਰੂਅਰੀ 2020 ਦੇ ਵਿੱਚ ਇਹ ਵਾਈਟ ਪੇਪਰ ਜਾਰੀ ਕੀਤਾ ਸੀਗਾ, ਜਿਸ ਦੇ ਵਿੱਚ ਸਿਰਫ ਔਰ ਸਿਰਫ ਇੰਨਾ ਹੀ ਨਹੀਂ ਕਿ ਇਹਦੇ ਲਈ ਕੌਣ ਗੁਨਾਹਗਾਰ ਹੈ, ਇਹਦੇ ਵਿੱਚ ਕੱਲੀ ਚੀਜ਼ ਹੈ ਜਿਹੜੀ ਉਹ ਦਰਜ ਕੀਤੀ ਗਈ ਸੀ ਸਾਡੇ ਵੱਲੋਂ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਦੋਂ ਕੌਣ ਇਸ ਮਹਿੰਗੀ ਬਿਜਲੀ ਦਾ ਗੁਨਾਹਗਾਰ ਹੈ ਤੇ ਇਹਦਾ ਹੱਲ ਕੀ ਹੈ, ਵੇ ਫਾਰਵਰਡ ਕੀ ਹੈ ਤੇ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਰ ਯੂਨਿਟ ਬਿਜਲੀ ਹੈ ਜਿਹੜੀ ਤਕਰੀਬਨ 3 ਤੋਂ 4 ਰੁਪਏ ਸਸਤੀ ਹੋ ਸਕਦੀ ਹੈ। ਸਾਰੇ ਦਾ ਸਾਰਾ ਖੁਲਾਸੇ ਨੇ ਜਿਹੜੇ ਡਿਟੇਲ ਦੇ ਵਿੱਚ ਵਿਦ ਪ੍ਰੋਪਰ ਸਟੱਡੀਜ਼ ਇਹਦੇ ਵਿੱਚ ਅਸੀਂ ਦਰਜ ਕੀਤਾ ਸੀਗਾ। ਹੁਣ ਕਿਉਂਕਿ ਕੱਲ ਪਛਵਾੜਾ ਕੋਲ ਮਾਈਨ ਬਾਰੇ ਪੰਜਾਬੀ ਟ੍ਰਿਬਿਊਨ ਨੇ ਦੁਬਾਰਾ ਖੁਲਾਸਾ ਕੀਤਾ, ਮੈਂ ਦੱਸਣਾ ਚਾਹੂੰਗਾ ਕਿ 2002 ਦੇ ਵਿੱਚ 2 ਤੋਂ 7 ਤੱਕ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਦੋਂ ਕਿਉਂਕਿ ਬਿਜਲੀ ਘੱਟ ਸੀ ਔਰ ਖਪਤ ਵੱਧ ਸੀਗੀ, ਉਦੋਂ ਪ੍ਰਪੋਜ਼ਲ ਬਣੀ ਸੀ ਕਿ 2 ਥਰਮਲ ਪਾਵਰ ਪਲਾਂਟ 1000 ਮੈਗਾਵਾਟ ਦੇ ਯਾਨੀ ਕਿ 2000 ਮੈਗਾਵਾਟ ਪੰਜਾਬ ਦੇ ਵਿੱਚ ਹੋਰ ਐਡੀਸ਼ਨ ਕੀਤੀ ਜਾਵੇ। ਤੇ ਪ੍ਰਪੋਜ਼ਲ ਬਣੀ, ਪੰਜਾਬ ਸਰਕਾਰ ਵੱਲੋਂ ਕਲੀਅਰ ਹੋਈ ਤੇ ਉਹ ਪ੍ਰਪੋਜ਼ਲ ਬਣੀ ਸੀ BOT ਯਾਨੀ ਕਿ ਬਿਲਡ ਓਨ ਟਰਾਂਸਫਰ ਟੂ ਸਟੇਟ ਦੀ ਮਲਕੀਅਤ ਬਣ ਜਾਣੀ ਸੀਗੀ। ਉਹਦੇ ਉੱਪਰ ਫੈਸਲਾ ਹੋਇਆ ਸੀਗਾ, ਪਰ ਜਨਵਰੀ 2017 ਦੇ ਵਿੱਚ ਉਸ ਸਰਕਾਰ ਵੱਲੋਂ ਉਹ ਪਤਾ ਨਹੀਂ ਕਿਵੇਂ BOT ਦੀ ਬਜਾਏ ਉਹ BOO ਤੇ ਚਲਾ ਗਿਆ, ਯਾਨੀ ਕਿ ਮਲਕੀਅਤ ਜਿਹੜੀ ਸਰਕਾਰ ਕੋਲ ਨਾ ਜਾ ਕੇ ਉਹ ਪ੍ਰਾਈਵੇਟ ਪਲੇਅਰਸ ਦੀ ਰਹਿ ਜਾਣੀ ਸੀਗੀ। ਇੱਕ ਤਾਂ ਉਹ ਬਹੁਤ ਵੱਡਾ ਧੋਖਾ ਮੈਂ ਸਮਝਦਾ ਕਿ ਪੰਜਾਬ ਦੇ ਨਾਲ ਹੋਇਆ। ਔਰ ਉਸ ਤੋਂ ਬਾਅਦ ਜਦੋਂ ਗੱਠਜੋੜ ਸਰਕਾਰ ਬਣੀ 2017 ਦੇ ਵਿੱਚ, ਜਿਹੜੀ 2000 ਮੈਗਾਵਾਟ ਦੀ ਰਿਕੁਆਇਰਮੈਂਟ ਸੀਗੀ ਪੰਜਾਬ ਦੇ ਵਿੱਚ, ਉਹਨੂੰ ਵਧਾ ਕੇ 3920 ਮੈਗਾਵਾਟ ਦੇ 3 ਪ੍ਰਾਈਵੇਟ ਥਰਮਲ ਪਾਵਰ ਪਲਾਂਟ, ਇੱਕ ਰਾਜਪੁਰਾ ਦੇ ਵਿੱਚ NPL, ਤਲਵੰਡੀ ਸਾਬੋ ਦੇ ਵਿੱਚ TSPCL ਔਰ ਗੋਇੰਦਵਾਲ ਸਾਹਿਬ ਦੇ ਵਿੱਚ GVK ਹੈ ਜਿਹੜਾ ਉਹ ਥਰਮਲ ਪਾਵਰ ਪਲਾਂਟ ਲਗਾਏ ਗਏ। ਉਨੀ ਉਸ ਸਮੇਂ ਰਿਕੁਆਇਰਮੈਂਟ ਹੀ ਨਹੀਂ ਸੀਗੀ ਜਿੰਨੀ ਲਗਾਈ ਗਈ। ਔਰ ਸਭ ਤੋਂ ਵੱਡੀ ਇਹ ਗਲਤੀ ਰਹੀ
ਕਿ ਸਾਰੇ ਦੇ ਸਾਰੇ ਯੂਨਿਟ ਨੇ ਜਿਹੜੇ ਉਹ ਪ੍ਰਾਈਵੇਟ ਪਲੇਅਰਾਂ ਨੂੰ ਦੇ ਦਿੱਤੇ ਗਏ। ਸਰਕਾਰ ਨੇ ਆਪਦੇ ਪਬਲਿਕ ਸੈਕਟਰ ਦੇ ਵਿੱਚ ਸਰਕਾਰੀ ਥਰਮਲ ਪਲਾਂਟ ਇੱਕ ਵੀ ਨਹੀਂ ਲਾਇਆ, ਜਿਹਦੀ ਵਜ੍ਹਾ ਕਰਕੇ ਅਜਿਹੇ ਐਗਰੀਮੈਂਟ ਜਾਣਬੁੱਝ ਕੇ ਪਿਛਲੀ ਸਰਕਾਰ ਨੇ ਇਹਨਾਂ ਦੇ ਨਾਲ ਕੀਤੇ ਕਿ ਜੇ ਇੱਕ ਵੀ ਯੂਨਿਟ ਇਹਨਾਂ ਤੋਂ ਬਿਜਲੀ ਦਾ ਨਾ ਖਰੀਦਿਆ ਜਾਵੇ ਤਾਂ 3513 ਕਰੋੜ ਹੈ ਜਿਹੜਾ ਸਾਲਾਨਾ ਉਹ ਇਹਨਾਂ ਨੂੰ ਦੇਣਾ ਪਏਗਾ। 25 ਸਾਲ ਦੇ ਐਗਰੀਮੈਂਟ ਹੋਣ ਕਰਕੇ ਤਕਰੀਬਨ 88,000 ਕਰੋੜ ਦੀ ਕਮਿਟਡ ਲਾਇਬਿਲਿਟੀ ਹੈ ਜਿਹੜੀ ਉਹ ਇਹਨਾਂ ਥਰਮਲ ਪਲਾਂਟਾਂ ਦੇ ਨਾਂ ਦੇ ਉੱਪਰ ਪੰਜਾਬ ਸਰਕਾਰ ਨੇ, ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਉਹ ਆਪਦੇ ਸਿਰ ਖੜੀ ਕਰ ਲਈ। ਔਰ ਫਿਰ ਇੰਨੇ ਲੌਪਸਾਈਡਡ, ਇੰਨੇ ਵਨ ਸਾਈਡਡ ਔਰ ਇੰਨੇ ਪ੍ਰੋ ਪ੍ਰਾਈਵੇਟ ਪਲੇਅਰਸ ਔਰ ਐਂਟੀ ਪੰਜਾਬ ਐਗਰੀਮੈਂਟ ਇਹ ਕੀਤੇ ਗਏ ਕਿ ਜਿਸ ਦੇ ਵਿੱਚ ਜਿਵੇਂ ਹੋਰ ਬਾਕੀ ਸਟੇਟਾਂ ਦੇ ਵਿੱਚ ਵੀ ਜਿਹੜੇ ਇਹ ਥਰਮਲ ਪਾਵਰ ਪਲਾਂਟ ਨੇ ਲੱਗੇ, ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਲੱਗੇ, ਪ੍ਰਾਈਵੇਟ ਪਲੇਅਰਾਂ ਨੇ ਵੀ ਲਾਏ ਔਰ ਸਰਕਾਰ ਨੇ ਵੀ ਲਾਏ, ਪਰ ਪੰਜਾਬ ਨੇ ਨਾ ਤਾਂ ਕੋਈ ਸਰਕਾਰੀ ਸੈਕਟਰ ਦੇ ਵਿੱਚ ਨਾ ਕੋਈ ਥਰਮਲ ਪਲਾਂਟ ਲਾਇਆ, ਸਾਰੇ ਪ੍ਰਾਈਵੇਟ ਨੂੰ ਦਿੱਤੇ। ਔਰ ਫਿਰ ਸਿੰਗਲ ਸਾਈਡਡ ਜਿਹੜੇ ਐਗਰੀਮੈਂਟ ਨੇ ਉਹ ਕੀਤੇ ਗਏ। ਜਿਵੇਂ ਗੁਜਰਾਤ ਦੇ ਵਿੱਚ ਜਿਹੜੇ ਐਗਰੀਮੈਂਟ ਹੋਏ ਉਹ ਚ ਇੱਕ ਸੈਕਸ਼ਨ 9 ਐਂਡ ਸੈਕਸ਼ਨ 11 ਉਹ ਐਡ ਕੀਤੇ ਗਏ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਜੇ ਸਟੇਟ ਗਵਰਨਮੈਂਟ ਨੂੰ ਬਿਜਲੀ ਨਹੀਂ ਚਾਹੀਦੀ ਹੈਗੀ ਤਾਂ ਉਹ 90 ਦਿਨ ਪਹਿਲਾਂ ਉਹ ਥਰਮਲ ਪਾਵਰ ਪਲਾਂਟ ਨੂੰ ਲਿਖ ਕੇ ਦੇਏਗੀ, ਯਾਨੀ ਕਿ 3 ਮਹੀਨੇ ਪਹਿਲਾਂ, ਤੇ 3 ਮਹੀਨੇ ਬਾਅਦ ਉਹ ਥਰਮਲ ਪਾਵਰ ਪਲਾਂਟ ਹੈ ਜਿਹੜਾ ਕਿਸੇ ਨੂੰ ਵੀ ਹੋਰ ਆਪਦੀ ਬਿਜਲੀ ਵੇਚ ਸਕਦੇ, ਉਸ ਸਟੇਟ ਦੇ ਲੋਕਾਂ ਦੇ ਸਿਰ ਉਹਦਾ ਭਾਰ ਕੋਈ ਨਹੀਂ ਪਏਗਾ। ਦੂਜੀ ਜਿਹੜੀ ਸੈਕਸ਼ਨ 11 ਸੀਗੀ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ 20% ਯਾਨੀ ਕਿ 20% ਜਿਹੜੀ ਬਿਜਲੀ ਹੈ ਉਹ ਵੇਰੀਏਬਲ ਚਾਰजेस ਯਾਨੀ ਕਿ ਸਿਰਫ ਔਰ ਸਿਰਫ ਜਿੰਨਾ ਖਰਚਾ ਕੋਲੇ ਦੇ ਖਰਚੇ ਦੇ ਉੱਪਰ ਉਹ ਸਟੇਟ ਗਵਰਨਮੈਂਟ ਖਰੀਦ ਕਰ ਸਕੇਗੀ। ਇਹ ਗੁਜਰਾਤ ਨੇ ਤਾਂ ਐਡ ਕਰ ਲਿਆ ਆਪਦੇ ਜਿਹੜੇ ਪੀਪੀਐਸ ਕੀਤੇ, ਪਰ ਪੰਜਾਬ ਸਰਕਾਰ ਨੇ ਦੋਨੋਂ ਨਹੀਂ ਐਡ ਕੀਤੀ ਹੈਗੇ, ਜਿਹਦੀ ਵਜ੍ਹਾ ਕਰਕੇ ਅੱਜ ਜਦੋਂ ਸਰਦੀ ਹੁੰਦੀ ਹੈ, ਜਦੋਂ ਮਹਿਜ਼ ਰਾਤ ਨੂੰ 3000 ਮੈਗਾਵਾਟ ਚਾਹੀਦੀ ਹੈ ਔਰ ਦਿਨ ਦੇ ਵਿੱਚ 6000 ਮੈਗਾਵਾਟ ਚਾਹੀਦੀ ਹੈ, ਔਰ ਗਰਮੀਆਂ ਦੇ ਵਿੱਚ ਝੋਨੇ ਦੀ ਸੀਜ਼ਨ ਦੇ ਵਿੱਚ ਮਈ ਜੂਨ ਦੇ ਵਿੱਚ ਇਹ ਡਿਮਾਂਡ ਜਿਹੜੀ 14000 ਮੈਗਾਵਾਟ ਤੇ ਪਹੁੰਚ ਜਾਂਦੀ ਹੈ। ਸਰਦੀਆਂ ਦੇ ਵਿੱਚ ਥਰਮਲ ਪਾਵਰ ਪਲਾਂਟ ਨਾ ਚੱਲਣ ਕਰਕੇ ਅੱਜ ਵੀ ਸੈਂਕੜੇ ਹਜ਼ਾਰਾਂ ਕਰੋੜ ਹੈ ਜਿਹੜਾ ਉਹ ਇਹਨਾਂ ਥਰਮਲ ਪਲਾਂਟਾਂ ਨੂੰ ਦੇ ਦਿੱਤਾ ਜਾਂਦਾ। ਜੇ ਇਹ ਦੋ ਸੈਕਸ਼ਨ 9 ਔਰ 11 ਐਡ ਕਰ ਲਏ ਜਾਂਦੇ ਤਾਂ ਮੈਂ ਸਮਝਦਾ ਕਿ ਇਹ ਲੁੱਟ ਹੈ ਜਿਹੜੀ ਪੰਜਾਬ ਦੀ ਬਚਾਈ ਜਾ ਸਕਦੀ ਸੀਗੀ। ਫਿਰ ਉਸ ਤੋਂ ਅਗਲੀ ਗੱਲ, ਇਹ ਜਿਹੜੇ ਤਿੰਨੇ ਥਰਮਲ ਪਾਵਰ ਪਲਾਂਟ ਨੇ ਇਹ ਕਮਿਸ਼ਨਿੰਗ ਦੇ ਵਿੱਚ ਯਾਨੀ ਕਿ ਚਾਲੂ ਕਰਨ ਦੇ ਵਿੱਚ ਡਿਲੇ ਹੋ ਗਏ। 1231 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਇਹਨਾਂ ਤੋਂ ਹਰਜਾਨੇ ਦੇ ਰੂਪ ਦੇ ਵਿੱਚ ਲੈਣਾ ਬਣਦਾ ਸੀਗਾ, ਪਰ ਉਹਦੇ ਚੋਂ 1 ਰੁਪਇਆ ਵੀ ਇਹਨਾਂ ਨੇ ਰਿਕਵਰ ਨਹੀਂ ਕੀਤਾ ਹੈਗਾ। ਇਸ ਤੋਂ ਅਗਲਾ ਇੱਕ ਬਹੁਤ ਵੱਡਾ ਘਪਲਾ ਨਲਾਇਕੀ ਇਹਨਾਂ ਸਰਕਾਰਾਂ ਦੀ ਇਹ ਰਹੀ, ਤੁਸੀਂ ਪਿਛਲੇ ਕਈ ਮਹੀਨਿਆਂ ਦੇ ਵਿੱਚ ਸੁਣਿਆ ਹੋਵੇਗਾ ਕਿ ਕੋਲ ਵਾਸ਼ਿੰਗ ਚਾਰजेस ਦੇ ਨਾਂ ਦੇ ਉੱਪਰ ਕੋਰਟ ਵੱਲੋਂ ਪਿਛਲੇ ਦਿਨਾਂ ਦੇ ਵਿੱਚ 2800 ਕਰੋੜ ਹੈ ਜਿਹੜਾ ਉਹ ਪੰਜਾਬ ਸਰਕਾਰ ਨੂੰ ਪੀਐਸਪੀਸੀਐਲ ਨੂੰ ਉਹ ਪਾ ਦਿੱਤਾ ਗਿਆ। ਮੈਂ ਸਮਝਦਾ ਕਿ ਏਡੀ ਵੱਡੀ ਨਲਾਇਕੀ ਔਰ ਇਸ ਸਰਕਾਰ ਦਾ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਏਡਾ ਵੱਡਾ ਘਪਲਾ ਸੀ ਕਿ ਇਹ ਕੇਸਿਸ ਜਿਹੜੇ ਕਿ ਪੀਐਸਪੀਸੀਐਲ ਯਾਨੀ ਕਿ ਬਿਜਲੀ ਬੋਰਡ ਪੰਜਾਬ ਸਟੇਟ ਰੈਗੂਲੇਟਰੀ ਅਥਾਰਟੀ ਤੋਂ ਵੀ ਕਮਿਸ਼ਨ ਤੋਂ ਵੀ ਜਿੱਤ ਚੁੱਕਿਆ ਸੀਗਾ ਔਰ ਜਿਹੜਾ ਕੇਂਦਰੀ ਕਮਿਸ਼ਨ ਹੈ ਐਪਟਲ ਉਹ ਤੋਂ ਵੀ ਜਿੱਤ ਚੁੱਕਿਆ ਸੀਗਾ, ਪਰ ਉਸ ਤੋਂ ਬਾਅਦ ਇਹ ਜਿਹੜਾ ਅੱਗੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਹਾਰ ਜਾਂਦੇ ਨੇ, ਜਿਹਦੀ ਵਜ੍ਹਾ ਕਰਕੇ 2800 ਕਰੋੜ ਰੁਪਏ ਦਾ ਇੱਕ ਬੋਝ ਹੈ ਜਿਹੜਾ ਉਹ ਪੈ ਜਾਂਦਾ ਹੈ ਪੰਜਾਬ ਸਿਰ, ਤੇ 500 ਕਰੋੜ ਦਾ ਆਉਣ ਵਾਲੇ 20 ਸਾਲ ਯਾਨੀ ਕਿ 10000 ਕਰੋੜ ਦਾ ਬੋਝ ਹੈ ਜਿਹੜਾ ਉਹ ਹੋਰ ਪੰਜਾਬ ਸਿਰ ਪੈਣ ਜਾ ਰਿਹਾ। ਇਹ ਸਿਰਫ ਔਰ ਸਿਰਫ ਇਸ ਸਰਕਾਰ ਦੀ ਨਲਾਇਕੀ ਦੀ ਵਜ੍ਹਾ ਕਰਕੇ ਹੋਇਆ। ਫਿਰ ਜਿੰਨੇ ਪ੍ਰਾਈਵੇਟ ਪਲੇਅਰ ਨੇ ਉਹਨਾਂ ਦੀ ਗਿਣਤੀ ਇੰਨੀ ਵਧਾ ਦਿੱਤੀ ਗਈ ਕਿ ਜਿਹੜਾ 2011-12 ਦੇ ਵਿੱਚ ਪ੍ਰਾਈਵੇਟ ਸੈਕਟਰ ਤੋਂ ਮਹਿਜ਼ ਤਕਰੀਬਨ 15% ਲਈ ਜਾਂਦੀ ਸੀ ਬਿਜਲੀ ਔਰ ਸਰਕਾਰੀ ਜਿਹੜੇ ਥਰਮਲ ਪਾਵਰ ਪਲਾਂਟ ਸੀਗੇ ਉਹ 60% ਜਨਰੇਸ਼ਨ ਕਰਦੇ ਸੀਗੇ, ਤੇ 19-20 ਦੇ ਵਿੱਚ ਸਰਕਾਰੀ ਥਰਮਲ ਪਲਾਂਟਾਂ ਦੀ ਜਿਹੜੀ ਪਰਚੇਜ਼ ਹੈ, ਜਿਹੜੀ ਉਹਨਾਂ ਦੀ ਆਪਣੀ ਜਨਰੇਸ਼ਨ ਹੈ ਉਹ ਮਹਿਜ਼ 15% ਰਹਿ ਗਈ ਔਰ ਘੱਟੋ ਘੱਟ ਪੀਐਲਐਫ ਯਾਨੀ ਪਲਾਂਟ ਲੋਡ ਫੈਕਟਰ 15% ਦੇ ਉੱਪਰ ਚਲਾਏ ਜਾਂਦੇ ਨੇ, ਜਿਹਦੀ ਵਜ੍ਹਾ ਕਰਕੇ ਇੱਕ ਬਹਾਨਾ ਲੱਭ ਲਿਆ ਜਾਂਦਾ ਕਿ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰ ਦਿੱਤਾ ਜਾਵੇ। ਇਸੇ ਸਮੇਂ ਦੇ ਦੌਰਾਨ ਦੋਸਤੋ 2007 ਤੋਂ ਲੈ ਕੇ 2010 ਤੱਕ 5 ਐਗਰੀਮੈਂਟ ਹੋਏ ਸੀਗੇ ਪਿਛਲੀ ਸਰਕਾਰ ਵੇਲੇ, ਜਿਸ ਦੇ ਵਿੱਚ 3 ਇਹ ਪੰਜਾਬ ਦੇ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਸੀਗੇ ਔਰ 2 ਹੋਰ ਸਾਸਨ ਰਿਲਾਇੰਸ ਦਾ ਸੀਗਾ ਇੱਕ ਪਲਾਂਟ ਐਮਪੀ ਦੇ ਵਿੱਚ ਔਰ ਇੱਕ ਟਾਟਾ ਮੁੰਦਰਾ ਸੀਗਾ, ਜਿੱਥੇ ਕਿ ਜਿਹੜੇ ਫਿਕਸ ਚਾਰजेस ਨੇ ਉਹ ਟਾਟਾ ਮੁੰਦਰਾ ਦਾ 90 ਪੈਸੇ ਪਰ ਯੂਨਿਟ ਸੀਗਾ ਫਿਕਸ ਚਾਰजेस
ਉੱਥੇ ਹੀ ਰਿਲਾਇੰਸ ਟਾਟਾ ਦਾ 17 ਪੈਸੇ ਪਰ ਯੂਨਿਟ ਸੀਗਾ। ਉੱਥੇ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਐਗਰੀਮੈਂਟ ਕੀਤੇ ਗਏ ਉਹ 1 ਰੁਪਏ 32 ਪੈਸੇ, 1 ਰੁਪਏ 18 ਪੈਸੇ, GVK ਗੋਇੰਦਵਾਲ ਸਾਹਿਬ ਦਾ 2 ਰੁਪਏ 20 ਪੈਸੇ ਕੀਤਾ ਗਿਆ। ਤੁਸੀਂ ਆਪ ਹਿਸਾਬ ਲਗਾ ਲਓ ਕਿ ਕਿੰਨਾ ਵੱਡਾ ਅੰਤਰ ਸੀਗਾ, ਜਿਹਦੀ ਵਜ੍ਹਾ ਕਰਕੇ ਇਹ ਘਪਲਾ ਲੰਬੇ ਸਮੇਂ ਤੋਂ ਚੱਲ ਰਿਹਾ ਤੇ ਪੰਜਾਬ ਦੇ ਲੋਕਾਂ ਦੇ ਸਿਰ ਮਹਿੰਗੀ ਬਿਜਲੀ ਦਾ ਬੋਝ ਹੈ ਜਿਹੜਾ ਉਹ ਪੈ ਰਿਹਾ ਹੈ। ਇਸ ਤੋਂ ਇਲਾਵਾ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕੱਲ ਜਿਹੜੀ ਪਿਛਵਾੜਾ ਕੋਲ ਮਾਈਨ ਦੀ ਗੱਲ ਚੱਲੀ ਹੈ ਕਿ ਲੰਬੇ ਸਮੇਂ ਤੋਂ ਪਿਛਵਾੜਾ ਕੋਲ ਮਾਈਨ ਸਰਕਾਰ ਵੱਲੋਂ ਜਾਣਬੁੱਝ ਕੇ ਚਲਾਈ ਨਹੀਂ ਜਾ ਰਹੀ ਹੈਗੀ, ਜਿਹਦੀ ਵਜ੍ਹਾ ਕਰਕੇ 700 ਕਰੋੜ ਦਾ ਮਹਿੰਗਾ ਕੋਲਾ ਜਿਹੜਾ ਉਹ ਪੰਜਾਬ ਸਰਕਾਰ ਨੂੰ ਖਰੀਦਣਾ ਪੈ ਰਿਹਾ ਹੈ। ਉਹਦਾ ਬੋਝ ਹੈ ਜਿਹੜਾ ਉਹ ਲੋਕਾਂ ਸਿਰ ਪੈ ਰਿਹਾ ਹੈ। ਔਰ ਇਸ ਤੋਂ ਇਲਾਵਾ ਇਸ ਕੇਸ ਦੇ ਵਿੱਚ ਟੈਕਨੀਕਲੀ ਸਰਕਾਰ ਨੇ ਜਾਣਬੁੱਝ ਕੇ ਕੋਰਟਾਂ ਦੇ ਵਿੱਚ ਹਾਰੇ ਨੇ, ਜਿਹਦੀ ਵਜ੍ਹਾ ਕਰਕੇ ਐਮਟਾ ਨਾਂ ਦੀ ਕੰਪਨੀ ਦਾ 1652 ਕਰੋੜ ਦੀ ਲਾਇਬਿਲਿਟੀ ਹੈ ਜਿਹੜੀ ਉਹ ਅੱਜ ਵੀ ਪੰਜਾਬ ਦੇ ਲੋਕਾਂ, ਪੰਜਾਬ ਦੇ ਕੰਜ਼ਿਊਮਰ ਸਿਰ ਖੜੀ ਹੈ। ਉਹ ਕਦੇ ਵੀ ਕਿਸੇ ਸਮੇਂ ਵੀ ਪੈ ਸਕਦੀ ਹੈ। ਤੇ ਇਸ ਕੇਸ ਦੇ ਵਿੱਚ ਜਦੋਂ 2 ਸਾਲ ਅਪੀਲ ਨਹੀਂ ਕੀਤੀ ਹੈਗੀ ਸਰਕਾਰ ਨੇ, ਉਸ ਤੋਂ ਬਾਅਦ ਜਦੋਂ ਜਾਂਦੇ ਨੇ ਤੇ ਹਾਈ ਕੋਰਟ ਪੰਜਾਬ ਸਰਕਾਰ ਦੇ ਕੇਸ ਜਿਹੜਾ ਭਗਾ ਕੇ ਮੂੰਹ ਤੇ ਮਾਰਦਾ ਕਿ ਤੁਸੀਂ 2 ਸਾਲ ਸੁੱਤਰੇ ਹੋ, ਸਾਡੇ ਕੋਲ ਤੁਸੀਂ ਕੀ ਲੈਣ ਆਏ ਹੋ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਾਰਾ ਕੁਝ ਲੰਮੇ ਸਮੇਂ ਤੋਂ ਘਾਲਾ ਮਾਲਾ ਚੱਲ ਰਿਹਾ। ਜੇ ਅੱਜ T&D ਲਾਸਿਸ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਸਾਰੇ ਨਾਲੋਂ ਵੱਧ ਨੇ, ਜਿਹਨੂੰ ਆਪਾਂ ਲਾਈਨ ਲਾਸਿਸ ਕਹਿ ਦਿੰਦੇ ਆ। ਜੇ ਆਪਾਂ ਲੈਵੀਜ਼ ਦੀ ਔਰ ਟੈਕਸਿਸ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਸਾਰਿਆਂ ਨਾਲੋਂ, ਸਾਰੇ ਮੁਲਕ ਨਾਲੋਂ ਵੱਧ ਨੇ। 1 ਰੁਪਏ 33 ਪੈਸੇ, ਕਿਸੇ ਸਟੇਟ ਦੇ ਵਿੱਚ 5 ਪੈਸੇ, ਕਿਤੇ 9 ਪੈਸੇ, ਕਿਤੇ 25 ਪੈਸੇ, ਪਰ ਇੱਥੇ ਸਭ ਤੋਂ ਵੱਧ ਹੈ। ਔਰ ਇਹਨਾਂ ਸਰਕਾਰਾਂ ਦੀਆਂ ਨਲਾਇਕੀਆਂ ਔਰ ਮਿਲੀ ਭੁਗਤਾਂ ਕਰਕੇ, ਲੀਡਰਾਂ ਤੇ ਅਫਸਰਾਂ ਦੀਆਂ ਮਿਲੀ ਭੁਗਤਾਂ ਕਰਕੇ, ਨਲਾਇਕੀਆਂ ਦੀ ਵਜ੍ਹਾ ਕਰਕੇ PCL ਬਿਜਲੀ ਬੋਰਡ ਜਿਹੜਾ ਕਿ 2010-11 ਦੇ ਵਿੱਚ 20,000 ਕਰੋੜ ਦੇ ਘਾਟੇ ਦੇ ਵਿੱਚ ਸੀਗਾ, ਅੱਜ ਉਹ 32,000 ਕਰੋੜ ਦਾ ਕਰਜ਼ਾਈ ਹੋ ਚੁੱਕਿਆ। ਸੋ ਇਹ ਹਾਲਾਤ ਨੇ ਜਿਹੜੇ ਕਿ ਇਹਨਾਂ ਸਰਕਾਰਾਂ ਦੀ ਨਲਾਇਕੀਆਂ ਦੀ ਵਜ੍ਹਾ ਕਰਕੇ ਅੱਜ ਉਹਦਾ ਭੁਗਤਾਨ ਕਿਹਨੂੰ ਭੁਗਤਣਾ ਪੈ ਰਿਹਾ? ਪੰਜਾਬ ਦੇ ਲੋਕਾਂ ਨੂੰ। ਅਸੀਂ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਕਿ ਬਹੁਤ ਵੱਡੇ ਪੱਧਰ ਦੇ ਉੱਪਰ ਵਾਈਟ ਕਾਲਰ ਫਰਾਡ ਹੈ ਜਿਹੜਾ ਉਹ ਸਰਕਾਰ ਖੁਦ ਆਪਦੀ ਜਨਤਾ ਦੇ ਨਾਲ ਕਰ ਰਹੀ ਹੈ। ਖੁਲਾਸੇ ਨੇ ਬਹੁਤ ਲੰਬੇ ਸਮੇਂ ਦੇ ਵਿੱਚ ਕਈ ਵਾਰੀ ਹੋ ਚੁੱਕੇ ਤੇ ਸਮਾਂ ਇਹ ਉਦੋਂ ਹੱਲ ਹੋ ਸਕਦੇ ਨੇ ਮਿੰਟਾਂ ਦੇ ਵਿੱਚ ਹੋ ਸਕਦੇ ਨੇ ਜੇ ਵਿਧਾਨ ਸਭਾ ਦੇ ਵਿੱਚ ਅਸੀਂ ਖੁਦ ਆਪ 3 ਵਾਰੀ ਪ੍ਰਾਈਵੇਟ ਮੈਂਬਰ ਬਿੱਲ ਲਾ ਚੁੱਕੇ, ਰੈਜ਼ੋਲੂਸ਼ਨ ਲਿਆ ਚੁੱਕੇ ਕਿ ਜੇ ਪੰਜਾਬ ਵਿਧਾਨ ਸਭਾ ਜਿਹੜੀ 2004 ਦੇ ਵਿੱਚ ਜੇ ਪਾਣੀਆਂ ਦੇ ਐਗਰੀਮੈਂਟ ਨੇ ਜਿਹੜੇ SYL ਦੇ, ਜੇ ਉਹ ਰੱਦ ਕਰ ਸਕਦੀ ਹੈ, ਜਿਸ ਦੇ ਉੱਪਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਔਰ 3 ਰਾਜਾਂ ਦੇ ਮੁੱਖ ਮੰਤਰੀ ਯਾਨੀ ਕਿ ਪੰਜਾਬ, ਹਰਿਆਣਾ, ਰਾਜਸਥਾਨ ਦੇ ਮੁੱਖ ਮੰਤਰੀਆਂ ਦੇ ਸਾਈਨ ਹੋਣ, ਜੇ ਉਹ ਐਗਰੀਮੈਂਟ ਰੱਦ ਕੀਤੇ ਜਾ ਸਕਦੇ ਨੇ ਤੇ ਇਹ ਮਹਿਜ਼ 3 ਪ੍ਰਾਈਵੇਟ ਕੰਪਨੀਆਂ ਨਾਲ ਇਹ ਐਗਰੀਮੈਂਟ ਨੇ, ਇਹ ਕਿਉਂ ਨਹੀਂ ਰੱਦ ਜਾਂ ਰਿਵਿਊ ਹੋ ਸਕਦੇ ਹੈਗੇ? ਰੱਦ ਵੀ ਨਹੀਂ ਕਰਨੇ ਹੈਗੇ ਤਾਂ ਰਿਵਿਊ ਬੜੇ ਈਜ਼ੀਲੀ ਹੋ ਸਕਦੇ ਨੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਕੇਸ ਦੇ ਵਿੱਚ ਫੈਸਲਾ ਸੁਣਾਇਆ ਟਾਟਾ ਮੁੰਦਰਾ ਦੇ ਫੇਵਰ ਦੇ ਵਿੱਚ, ਜਿਸ ਦੇ ਵਿੱਚ ਜਸਟਿਸ ਰੋਹਿੰਟਨ ਨਰੀਮਨ ਉਹਨਾਂ ਨੇ ਇੱਕ ਫੈਸਲਾ ਸੁਣਾਇਆ ਕਿ ਜੇ ਐਗਰੀਮੈਂਟ ਰਿਵਿਊ ਕਰਨਾ ਚਾਹੁੰਦੇ ਹੋ ਤੇ ਟਾਟਾ ਮੁੰਦਰਾ ਦੇ ਕੇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਰਿਵਿਊ ਕਰ ਸਕਦੇ ਹੋ, ਜਿਹਦੀ ਵਜ੍ਹਾ ਕਰਕੇ ਟਾਟਾ ਮੁੰਦਰਾ ਜਿਹੜਾ ਪਲਾਂਟ ਹੈ ਉਹ ਬਾਕੀ ਸਾਰੇ ਸਟੇਟਸ ਨਾਲੋਂ 50 ਪੈਸੇ ਪਰ ਯੂਨਿਟ ਫਾਲਤੂ ਮੰਗ ਰਹੇ। ਜੇ ਇੱਕ ਕੰਪਨੀ ਇਹ ਕਰ ਸਕਦੀ ਹੈ ਤੇ ਸਰਕਾਰਾਂ ਕਿਉਂ ਨਹੀਂ ਕਰ ਸਕਦੀਆਂ? ਹੋ ਸਾਰਾ ਕੁਝ ਸਕਦਾ ਹੈ, ਨੀਅਤ ਚਾਹੀਦੀ ਹੈ, ਨੀਤੀ ਚਾਹੀਦੀ ਹੈ। ਜੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਉਸ ਦਿੱਲੀ ਦੇ ਵਿੱਚ ਜਿਹੜੀ ਕਿ ਇੱਕ ਵੀ ਯੂਨਿਟ ਬਿਜਲੀ ਦਾ ਪ੍ਰੋਡਿਊਸ ਨਹੀਂ ਕਰਦੀ ਹੈਗੀ, ਜੇ ਉੱਥੇ ਉਹ ਪ੍ਰਾਈਵੇਟ ਕੰਪਨੀਆਂ ਤੋਂ ਬਿਜਲੀ ਸਸਤੀ ਕਰਵਾ ਸਕਦੇ ਨੇ ਤੇ ਜ਼ੀਰੋ ਬਿੱਲ 26 ਲੱਖ ਪਰਿਵਾਰਾਂ ਦੇ ਦਿੱਲੀ ਦੇ ਵਿੱਚ ਆ ਸਕਦੇ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਆ ਸਕਦਾ? ਇਹ ਜ਼ਰੂਰ ਹੋ ਸਕਦਾ, ਪਰ ਇਹਦੇ ਲਈ ਸਾਫ਼ ਨੀਅਤ, ਸਾਫ਼ ਨੀਤੀ ਔਰ ਦ੍ਰਿੜ ਇਰਾਦਾ ਚਾਹੀਦਾ, ਜਿਹੜੀ ਕਿ ਇਸ ਮੌਜੂਦਾ ਸਰਕਾਰ ਦੇ ਵਿੱਚ ਨਹੀਂ ਹੈ, ਕਿਉਂਕਿ ਇਸ ਸਰਕਾਰ ਦੀਆਂ ਹੱਡੀਆਂ ਨੇ ਜਿਹੜੀਆਂ ਉਹ ਕਰਪਸ਼ਨ ਦਾ, 2 ਨੰਬਰ ਦੇ ਪੈਸੇ ਦਾ, ਮਾਫੀਆ ਦੇ ਪੈਸੇ ਦਾ ਪੈਸਾ ਜਿਹੜਾ ਉਹ ਇਹਨਾਂ ਦੀਆਂ ਹੱਡੀਆਂ ਨੂੰ ਉਹ ਖਾ ਚੁੱਕਾ ਹੈ। ਉਹਨਾਂ ਦੀਆਂ ਹੱਡੀਆਂ ਨੂੰ ਘੁਣ ਵਾਂਗੂ ਉਹ ਚੱਟ ਚੁੱਕਿਆ, ਜਿਹਦੀ ਵਜ੍ਹਾ ਕਰਕੇ ਇਹ ਮਾਫੀਆਜ਼ ਇਹਨਾਂ ਤੋਂ ਕੰਟਰੋਲ ਨਹੀਂ ਹੋ ਰਹੇ ਹੈਗੇ। ਆਮ ਆਦਮੀ ਪਾਰਟੀ ਦੀ ਕਮਿਟਮੈਂਟ ਹੈ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਜਨਤਾ ਬਣਾ ਦਿੰਦੀ ਹੈ। ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।